ਅਸੀਂ ਮਿਡਲ ਕਲਾਸ ਪਰਿਵਾਰ ਵਿੱਚੋਂ ਸੀ। ਮੇਰਾ ਵਿਆਹ ਇੱਕ ਮਿਡਲ ਕਲਾਸ ਪਰਿਵਾਰ ਵਿੱਚ ਹੋਇਆ। ਮੇਰੀ ਘਰਵਾਲੀ ਪੜ੍ਹੀ ਲਿਖੀ ਤੇ ਬਹੁਤ ਹੁਸ਼ਿਆਰ ਔਰਤ ਸੀ। ਸਾਡੇ ਵਿਆਹ ਨੂੰ 12 ਸਾਲ ਹੋ ਚੁੱਕੇ ਸੀ, ਪਰ ਹਾਲੇ ਕੋਈ ਬੱਚਾ ਨਹੀਂ ਹੋਇਆ ਸੀ। ਪਰ ਸਾਨੂੰ ਕਦੇ ਔਲਾਦ ਦੀ ਕਮੀ ਮਹਿਸੂਸ ਵੀ ਨਹੀਂ ਹੋਈ, ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਬਿਜ਼ੀ ਸੀ। ਮੈਂ 6 ਮਹੀਨੇ ਪਹਿਲਾਂ ਹੀ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਤੇ ਉਹ ਕਾਰੋਬਾਰ ਕਾਫੀ ਚੰਗਾ ਚੱਲ ਰਿਹਾ ਸੀ। ਪੈਸੇ ਵੀ ਬਹੁਤ ਆਉਂਦੇ ਸੀ। ਹੁਣ ਅਸੀਂ ਇੱਕ ਛੋਟੀ ਜਿਹੀ ਕਲੋਨੀ ਚੋਂ ਨਿਕਲ ਕੇ ਆਪਣਾ ਇੱਕ ਬਹੁਤ ਵੱਡਾ ਬੰਗਲਾ ਬਣਾ ਲਿਆ ਸੀ। ਹੁਣ ਅਸੀਂ ਹਾਈ ਕਲਾਸ ਸੁਸਾਇਟੀ ਵਿੱਚ ਰਹਿਣ ਲੱਗੇ। ਇਹ ਸਭ ਮੇਰੀ ਘਰਵਾਲੀ ਦੇ ਕਰਕੇ ਹੀ ਹੋਇਆ ਸੀ, ਕਿਉਂਕਿ ਉਹ ਬਹੁਤ ਹੀ ਚੰਗੀ ਤੇ ਸਮਝਦਾਰ ਔਰਤ ਸੀ। ਉਸਨੇ ਥੋੜੇ-ਥੋੜੇ ਪੈਸੇ ਇਕੱਠੇ ਕੀਤੇ, ਫਿਰ ਕਾਫੀ ਪੈਸੇ ਜਮ੍ਹਾਂ ਕਰ ਲਏ, ਜਿਸ ਕਰਕੇ ਮੈਂ ਅੱਜ ਆਪਣੀ ਕੰਪਨੀ ਖੋਲ੍ਹ ਪਾਇਆ ਤੇ ਹਰ ਮੁਸ਼ਕਲ ਵਿੱਚ ਉਹ ਮੇਰਾ ਸਾਥ ਦਿੰਦੀ ਸੀ। ਇਸ ਕਰਕੇ ਮੈਂ ਅੱਜ ਇੱਥੋਂ ਤੱਕ ਪਹੁੰਚ ਗਿਆ ਕਿ ਮੈਂ ਇੱਕ ਚੰਗੀ ਸੁਸਾਇਟੀ ਵਿੱਚ ਚੰਗਾ ਬਿਜ਼ਨਸਮੈਨ ਹਾਂ ਤੇ ਵੱਡਾ ਆਦਮੀ ਕਹਾਉਣ ਲੱਗਿਆ। ਮੇਰੇ ਅੱਗੇ ਪਿੱਛੇ ਲੋਕ ਮੇਰੇ ਨਾਲ ਦੋਸਤੀ ਕਰਨ ਲਈ ਘੁੰਮਣ ਲੱਗੇ ਸੀ ਤੇ ਹੁਣ ਇਸ ਵਜ੍ਹਾ ਕਰਕੇ ਮੇਰੇ ਅੰਦਰ ਥੋੜਾ ਘਮੰਡ ਵੀ ਆ ਗਿਆ ਸੀ। ਪਰ ਮੇਰੀ ਘਰਵਾਲੀ ਇੰਨੀ ਹਾਈ ਸੁਸਾਇਟੀ ਵਿੱਚ ਰਹਿਣ ਤੋਂ ਬਾਅਦ ਵੀ ਇੱਕ ਮਿਡਲ ਕਲਾਸ ਵਾਂਗ ਹੀ ਰਹਿੰਦੀ ਸੀ ਤੇ ਬਿਲਕੁਲ ਇੱਕਦਮ ਸਧਾਰਨ ਔਰਤ ਵਾਂਗ। ਉਹ ਮੇਰੇ ਨਾਲ ਕਿਸੇ ਵੀ ਬਿਜ਼ਨਸ ਪਾਰਟੀ ਵਿੱਚ ਨਹੀਂ ਜਾਂਦੀ ਸੀ। ਉਸ ਨੂੰ ਇਹ ਸਭ ਬਿਲਕੁਲ ਪਸੰਦ ਨਹੀਂ ਸੀ। ਮੇਰੀ ਘਰਵਾਲੀ ਇੱਕ ਧਾਰਮਿਕ ਔਰਤ ਸੀ। ਉਹ ਆਪਣੇ ਪੂਜਾ ਪਾਠ ਵਿੱਚ ਜ਼ਿਆਦਾ ਸਮਾਂ ਬਤੀਤ ਕਰਦੀ ਤੇ ਉਸ ਵਿੱਚ ਲੱਗੀ ਰਹਿੰਦੀ। ਮੈਂ ਵੀ ਬਹੁਤ ਬਿਜ਼ੀ ਹੋ ਗਿਆ ਸੀ ਆਪਣੇ ਕਾਰੋਬਾਰ ਵਿੱਚ। ਆਪਣੀ ਘਰਵਾਲੀ ਨੂੰ ਟਾਈਮ ਹੀ ਨਹੀਂ ਦੇ ਪਾਉਂਦਾ ਸੀ। ਹੁਣ ਤਾਂ ਕਦੀ-ਕਦਾਰ ਮੈਂ ਆਪਣੀ ਘਰਵਾਲੀ ਦੇ ਕੋਲ ਬਸ ਰਾਤ ਨੂੰ ਸੌਣ ਲਈ ਆਉਂਦਾ ਸੀ। ਸੱਚ ਤਾਂ ਇਹ ਸੀ ਕਿ ਹੁਣ ਘਰ ਆਉਣ ਨੂੰ ਦਿਲ ਹੀ ਨਹੀਂ ਕਰਦਾ ਸੀ। ਜਦੋਂ ਮੈਂ ਘਰ ਆਉਂਦਾ ਤਾਂ ਉਹ ਪੂਜਾ ਪਾਠ ਵਿੱਚ ਰੁੱਝੀ ਹੁੰਦੀ ਸੀ ਜਾਂ ਆਪਣੇ ਤਾਨੇ ਤੇ ਸ਼ਿਕਾਇਤਾਂ ਨਾਲ ਮੇਰਾ ਦਿਮਾਗ ਖਰਾਬ ਕਰ ਦਿੰਦੀ। ਹੁਣ ਪਹਿਲਾਂ ਵਰਗਾ ਪਿਆਰ ਸਾਡੇ ਵਿੱਚ ਇਸ ਲਈ ਨਹੀਂ ਸੀ। ਮੈਂ ਆਪਣੀ ਘਰਵਾਲੀ ਨੂੰ ਕਈ ਵਾਰੀ ਸਮਝਾਇਆ ਕਿ ਤੂੰ ਆਪਣੇ ਆਪ ਨੂੰ ਸੁਸਾਇਟੀ ਦੇ ਅਨੁਸਾਰ ਬਦਲ, ਪਾਰਟੀ ਵਿੱਚ ਜਾਇਆ ਕਰ, ਮਾਰਕੀਟ ਜਾਇਆ ਕਰ, ਥੋੜਾ ਸੋਸ਼ਲ ਮੀਡੀਆ ਤੇ ਰਿਹਾ ਕਰ, ਤਾਂ ਜੋ ਤੇਰਾ ਦਿਮਾਗ ਸਹੀ ਰਹੇ ਤੇ ਤੈਨੂੰ ਇਕੱਲਾਪਣ ਮਹਿਸੂਸ ਨਾ ਹੋਵੇ। ਪਰ ਜਦੋਂ ਮੈਂ ਘਰ ਆਂਦਾ, ਉਹ ਹਮੇਸ਼ਾ ਮੈਨੂੰ ਘਰ ਹੀ ਮਿਲਦੀ ਤੇ ਆਪਣੇ ਪੂਜਾ ਪਾਠ ਵਿੱਚ ਰੁੱਝੀ ਮਿਲਦੀ, ਜਾਂ ਫਿਰ ਜੇ ਫ੍ਰੀ ਹੋ ਜਾਂਦੀ ਤਾਂ ਉਹ ਮੇਰੇ ਨਾਲ ਸ਼ਿਕਾਇਤਾਂ ਕਰਨ ਲੱਗ ਜਾਂਦੀ। ਮੈਂ ਉਸ ਤੋਂ ਤੰਗ ਆ ਗਿਆ ਸੀ। ਮੈਂ ਆਪਣਾ ਘਰ ਆਉਣਾ ਬਿਲਕੁਲ ਹੀ ਛੱਡ ਦਿੱਤਾ ਸੀ। ਉਂਝ ਵੀ ਬਿਜ਼ਨਸਮੈਨ ਘਰ ਬਾਹਰ ਕਿੰਨੀਆਂ ਕੁੜੀਆਂ ਦੋਸਤ ਸੀ। ਕਾਰੋਬਾਰ ਵਿੱਚ ਬਹੁਤ ਕੁੜੀਆਂ ਸੀ। ਮੈਂ ਉਹਨਾਂ ਵਿੱਚ ਦਿਲਚਸਪੀ ਲੈਣ ਲੱਗਿਆ ਸੀ। ਘਰ ਦਾ ਰਾਸਤਾ ਹੀ ਭੁੱਲ ਗਿਆ ਸੀ। ਕਈ ਵਾਰੀ ਮੇਰੇ ਪੁਰਾਣੇ ਦੋਸਤ ਮੈਨੂੰ ਕਹਿੰਦੇ ਤਾਂ ਫਿਰ ਮੈਂ ਉਹਨਾਂ ਲੋਕਾਂ ਦੇ ਕਹਿਣ ਤੇ ਕਦੀ-ਕਦਾਰ ਵਿਆਹ ਪਾਰਟੀ ਵਿੱਚ ਉਸ ਨੂੰ ਆਪਣੇ ਨਾਲ ਵੀ ਲੈ ਜਾਂਦਾ ਸੀ ਤੇ ਫਿਰ ਘਰ ਛੱਡ ਕੇ ਵਾਪਸ ਘਰ ਨਹੀਂ ਜਾਂਦਾ ਸੀ। ਹੁਣ ਤਾਂ ਘਰ ਵੀ ਜੇਲ੍ਹ ਲੱਗਦਾ ਸੀ। ਮੇਰੀ ਘਰਵਾਲੀ ਹਮੇਸ਼ਾ ਫੋਨ ਕਰਦੀ ਤਾਂ ਕਈ ਵਾਰੀ ਮੈਂ ਮਨਾ ਕਰ ਦਿੰਦਾ ਜਾਂ ਫਿਰ ਸਵਿਚ ਆਫ ਕਰ ਦਿੰਦਾ। ਪਰ ਹੁਣ ਬਹੁਤ ਸੋਹਣੀਆਂ ਕੁੜੀਆਂ ਮੇਰੇ ਅੱਗੇ ਪਿੱਛੇ ਸੀ ਤਾਂ ਮੈਂ ਘਰ ਕਿਉਂ ਜਾਂਦਾ ਭਲਾ। ਆਪਣੀ ਘਰਵਾਲੀ ਦੇ ਲਈ ਹੁਣ ਇਸ ਰੰਗੀ-ਬਿਰੰਗੀ ਦੁਨੀਆ ਵਿੱਚ ਹੀ ਜੀ ਰਿਹਾ ਸੀ। ਇੱਕ ਦਿਨ ਮੈਂ ਘਰ ਆ ਗਿਆ ਤਾਂ ਦੇਖਿਆ ਕਿ ਮੇਰੀ ਘਰਵਾਲੀ ਤਿਆਰ ਹੋ ਕੇ ਬੈਠੀ ਹੈ। ਸਭ ਤੋਂ ਵੱਡੀ ਗੱਲ ਇਹ ਸੀ ਕਿ ਮੈਂ ਉਸ ਨੂੰ ਕੋਈ ਫੋਨ ਵੀ ਨਹੀਂ ਕੀਤਾ ਸੀ ਤੇ ਮੈਨੂੰ ਇੰਨੇ ਪਿਆਰ ਨਾਲ ਉਸਨੇ ਗੱਲ ਕੀਤੀ ਕਿ ਮੈਂ ਖੁਸ਼ ਹੋ ਗਿਆ ਸੀ ਤੇ ਕੋਈ ਸ਼ਿਕਾਇਤ ਵੀ ਨਹੀਂ ਕੀਤੀ। ਜਿੰਨਾ ਟਾਈਮ ਮੈਂ ਉਸ ਦੇ ਕੋਲ ਰਿਹਾ, ਉਹ ਮੇਰੇ ਨਾਲ ਪਿਆਰ ਨਾਲ ਗੱਲਾਂ ਕਰਦੀ ਰਹੀ। ਉਸ ਤੋਂ ਬਾਅਦ ਮੈਂ ਜ਼ਿਆਦਾ ਸੀਰੀਅਸ ਨਹੀਂ ਹੋਇਆ ਤੇ ਵਾਪਸ ਆਪਣੇ ਕਾਰੋਬਾਰ ਤੇ ਕੰਮ ਵਿੱਚ ਚਲਾ ਗਿਆ। ਫਿਰ ਵਕਤ ਕਿੱਦਾਂ ਬੀਤ ਗਿਆ। ਮੇਰੀ ਘਰਵਾਲੀ ਨੇ ਆਪਣੇ ਆਪ ਨੂੰ ਸਮੇਂ ਦੇ ਨਾਲ ਬਦਲ ਲਿਆ ਸੀ। ਹੁਣ ਉਹ ਬਾਹਰ ਦੀਆਂ ਪਾਰਟੀਆਂ 'ਚ ਸ਼ਾਪਿੰਗ ਲਈ ਵੀ ਜਾਣ ਲੱਗੀ ਸੀ। ਜਦੋਂ ਮੈਂ ਘਰ ਆਉਂਦਾ ਤਾਂ ਮੈਨੂੰ ਘਰ ਹੀ ਨਹੀਂ ਮਿਲਦੀ ਸੀ। ਜਦ ਮੈਂ ਫੋਨ ਕਰਕੇ ਪੁੱਛਦਾ ਤਾਂ ਕਹਿੰਦੀ ਕਿ ਮੈਂ ਬਿਜ਼ੀ ਹਾਂ। ਮੈਨੂੰ ਥੋੜਾ ਅਜੀਬ ਜਿਹਾ ਲੱਗਣ ਲੱਗਿਆ ਸੀ ਕਿ ਜੋ ਕਦੇ ਘਰ ਤੋਂ ਨਹੀਂ ਨਿਕਲਦੀ ਸੀ, ਉਹ ਹੁਣ ਸ਼ਾਪਿੰਗ ਕਰਨ ਲੱਗੀ, ਮਾਲਾਂ ਵਿੱਚ ਘੁੰਮਣ ਵੀ ਲੱਗੀ ਸੀ। ਉਸਨੇ ਆਪਣੇ ਅੰਦਰ ਇੰਨਾ ਬਦਲਾਵ ਲਿਆਂਦਾ ਸੀ ਕਿ ਉਹ ਗੱਡੀ ਵੀ ਆਪਣੇ ਆਪ ਚਲਾਉਂਦੀ ਸੀ ਤੇ ਡਰਾਈਵਰ ਨੂੰ ਨਾਲ ਨਹੀਂ ਲੈ ਕੇ ਜਾਂਦੀ ਸੀ। ਮੈਂ ਘਰ ਵਿੱਚ ਜਾਸੂਸ ਦੇ ਤੌਰ ਤੇ ਇੱਕ ਨੌਕਰਾਣੀ ਰੱਖ ਦਿੱਤੀ, ਜੋ ਕਿ ਮੇਰੀ ਘਰਵਾਲੀ ਕਿੱਥੇ ਜਾ ਰਹੀ ਹੈ, ਕਿੱਥੋਂ ਆ ਰਹੀ ਹੈ, ਕੀ ਕਰ ਰਹੀ ਹੈ, ਉਸ ਦੀ ਪਲ-ਪਲ ਦੀ ਖਬਰ ਮੈਨੂੰ ਦਿਆ ਕਰਦੀ ਸੀ। ਦਿੱਕਤ ਇਹ ਸੀ ਕਿ ਮੈਂ ਇੱਕ ਕੁੜੀ ਨਾਲ ਬਹੁਤ ਪਿਆਰ ਕਰਨ ਲੱਗਿਆ ਸੀ ਤੇ ਮੈਂ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਉਹ ਮੇਰੇ ਟਾਈਪ ਦੀ ਕੁੜੀ ਸੀ ਤੇ ਮੇਰੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਸਕਦੀ ਸੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹ ਬਹੁਤ ਅਮੀਰ ਘਰ ਦੀ ਕੁੜੀ ਸੀ। ਉਸ ਦੇ ਪਿਓ ਦਾ ਮੇਰੇ ਨਾਲ ਕਾਰੋਬਾਰ ਚੱਲ ਰਿਹਾ ਸੀ। ਜੇ ਮੇਰਾ ਉਸ ਨਾਲ ਵਿਆਹ ਹੋ ਜਾਂਦਾ ਤਾਂ ਮੇਰੇ ਕਾਰੋਬਾਰ ਵਿੱਚ ਹੋਰ ਤਰੱਕੀ ਹੋ ਜਾਂਦੀ ਅਤੇ ਮੈਂ ਹੋਰ ਤਰੱਕੀ ਕਰਦਾ। ਪਰ ਉਸ ਦੀ ਇੱਕ ਸ਼ਰਤ ਸੀ ਕਿ ਪਹਿਲੀ ਘਰਵਾਲੀ ਨੂੰ ਤਲਾਕ ਦੇ ਕੇ ਫਿਰ ਮੈਂ ਉਸ ਨਾਲ ਵਿਆਹ ਕਰ ਸਕਦਾ ਹਾਂ।
ਪਰ ਮੇਰੀ ਘਰਵਾਲੀ ਦਿਨ ਬ ਦਿਨ ਬਹੁਤ ਬਿਜ਼ੀ ਰਹਿਣ ਲੱਗੀ ਸੀ। ਇਸ ਕਰਕੇ ਮੈਂ ਬਹੁਤ ਡਿਪਰੈਸ਼ਨ 'ਚ ਜਾਣ ਲੱਗਿਆ ਸੀ। ਮੈਂ ਆਪਣੀ ਘਰਵਾਲੀ ਤੇ ਸ਼ੱਕ ਕਰਨ ਲੱਗਿਆ। ਮੇਰੇ ਘਰ ਨਾ ਆਉਣ ਤੇ ਮੈਨੂੰ ਬਾਰ-ਬਾਰ ਫੋਨ ਕਰਦੀ ਸੀ। ਉਹ ਘਰਵਾਲੀ ਹੁਣ ਨਾ ਤਾਂ ਫੋਨ ਕਰਦੀ ਤੇ ਨਾ ਹੀ ਘਰ ਆਉਣ ਲਈ ਕਦੇ ਕਹਿੰਦੀ ਵੀ ਸੀ। ਮੈਨੂੰ ਲੱਗ ਰਿਹਾ ਸੀ ਮੇਰੀ ਘਰਵਾਲੀ ਵੀ ਕਿਸੇ ਦੇ ਚੱਕਰ ਵਿੱਚ ਪੈ ਗਈ। ਉਸ ਤੇ ਸ਼ੱਕ ਕਰਨ ਦੇ ਚੱਕਰ ਵਿੱਚ ਮੈਂ ਸਭ ਕੁਝ ਭੁੱਲ ਗਿਆ ਸੀ। ਇਹ ਸਭ ਮੈਂ ਵੀ ਕਰਦਾ ਸੀ। ਮੈਂ ਦੂਜੀ ਕੁੜੀ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਉਣ ਲਈ ਸੋਚਦਾ ਸੀ। ਜੇ ਮੇਰੀ ਘਰਵਾਲੀ ਕੁਝ ਅਜਿਹਾ ਕਰ ਰਹੀ ਸੀ ਤਾਂ ਉਸ ਵਿੱਚ ਗਲਤ ਕੀ ਸੀ? ਮੈਂ ਇੱਕ ਨੌਕਰਾਣੀ ਰੱਖ ਲਈ ਸੀ ਜੋ ਮੇਰੀ ਘਰਵਾਲੀ ਤੇ ਹਰ ਪਲ ਨਜ਼ਰ ਰੱਖਦੀ ਸੀ। ਨੌਕਰਾਣੀ ਨੇ ਮੈਨੂੰ ਦੱਸਿਆ ਕਿ ਮੇਰੀ ਘਰਵਾਲੀ ਹਰ ਰੋਜ਼ 3 ਤੋਂ 4 ਘੰਟੇ ਲਈ ਘਰ ਤੋਂ ਗਾਇਬ ਹੋ ਜਾਂਦੀ ਹੈ। ਕਿੱਥੇ ਜਾਂਦੀ ਹੈ ਕਿਸੇ ਨੂੰ ਕੋਈ ਪਤਾ ਨਹੀਂ। ਉਹ ਵਾਪਸ ਆਉਣ ਤੇ ਇੰਨੀ ਥੱਕੀ ਹੁੰਦੀ ਹੈ ਕਿ ਜਲਦੀ ਸੌਂ ਜਾਂਦੀ ਹੈ। ਹੁਣ ਮੈਂ ਸੋਚ ਲਿਆ ਸੀ ਕਿ ਮੈਂ ਉਸ ਦਾ ਪਿੱਛਾ ਕਰਾਂਗਾ ਤਾਂ ਦੇਖਾਂਗਾ ਕਿ ਕਿੱਥੇ ਜਾਂਦੀ ਹੈ। ਇੱਕ ਦਿਨ ਮੈਂ ਆਪਣੀ ਗੱਡੀ ਕੱਢੀ ਤੇ ਮੇਰੀ ਘਰਵਾਲੀ ਦੇ ਆਉਣ ਤੋਂ ਪਹਿਲਾਂ ਆਪਣੀ ਕਾਰ ਉਸ ਦੇ ਪਿੱਛੇ ਲਾ ਲਈ ਅਤੇ ਉਸ ਤੋਂ ਥੋੜ੍ਹੇ ਫਾਸਲੇ ਤੇ ਪਿੱਛੇ ਮੈਂ ਵੀ ਚੱਲ ਰਿਹਾ ਸੀ ਕਿ ਆਖਰ ਉਹ ਜਾਂਦੀ ਕਿੱਥੇ ਹੈ। ਫਿਰ ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਿਆ ਕਿ ਮੇਰੀ ਘਰਵਾਲੀ ਨੇ ਇੱਕ ਪਾਰਕਿੰਗ ਵਿੱਚ ਗੱਡੀ ਪਾਰਕ ਕੀਤੀ ਤੇ ਉੱਥੋਂ ਨਿਕਲ ਗਈ। ਮੈਂ ਉਸ ਗੱਡੀ ਦੇ ਕੋਲ ਖੜਾ ਇੰਤਜ਼ਾਰ ਕਰ ਰਿਹਾ ਸੀ। ਫਿਰ ਮੈਂ ਗੱਡੀ ਨੂੰ ਚੈੱਕ ਕੀਤਾ ਤੇ ਗੱਡੀ ਉਸ ਨੇ ਅੰਦਰੋਂ ਲੌਕ ਕਰ ਰੱਖੀ ਸੀ। ਫਿਰ ਮੈਂ ਆਪਣੀ ਘਰਵਾਲੀ ਨੂੰ ਆਲੇ ਦੁਆਲੇ ਦੇਖਣ ਲੱਗਿਆ। ਮੈਂ ਉਸ ਨੂੰ ਨੇੜੇ ਤੇੜੇ ਹਰ ਜਗ੍ਹਾ ਦੇਖਿਆ ਪਰ ਉਹ ਮੈਨੂੰ ਨਾ ਮਿਲੀ। ਮੈਨੂੰ ਏਦਾਂ ਲੱਗਿਆ ਜਿਵੇਂ ਉਸ ਨੂੰ ਕੋਈ ਅਸਮਾਨ ਖਾ ਗਿਆ ਕਿ ਜ਼ਮੀਨ ਨਿਕਲ ਗਈ। ਪੂਰੇ 4 ਘੰਟੇ ਮੈਂ ਉਸ ਦਾ ਇੰਤਜ਼ਾਰ ਕਰਦਾ ਰਿਹਾ, ਨਾ ਹੀ ਉਸ ਦੀ ਗੱਡੀ ਦੇ ਕੋਲ ਆਈ। ਮੈਂ ਬਹੁਤ ਪਰੇਸ਼ਾਨ ਹੋਇਆ ਤੇ ਦੁਖੀ ਹੋ ਕੇ ਵਾਪਸ ਮੈਂ ਆਪਣੇ ਘਰ ਨੂੰ ਆ ਗਿਆ ਤੇ ਨੌਕਰਾਣੀ ਨੂੰ ਕਿਹਾ ਕਿ ਫੋਨ ਲਾ, ਤੁਹਾਡੀ ਮੈਡਮ ਕਿੱਥੇ ਹੈ? ਤਾਂ ਨੌਕਰਾਣੀ ਨੇ ਕਿਹਾ ਕਿ ਉਹ ਤਾਂ ਘਰ ਆ ਗਈ ਪਰ 5 ਘੰਟੇ ਬਾਅਦ ਆਈ ਹੈ। ਹੁਣ ਮੈਨੂੰ ਆਪਣੀ ਘਰਵਾਲੀ ਤੇ ਬਹੁਤ ਗੁੱਸਾ ਆਇਆ ਤੇ ਸ਼ੱਕ ਵੀ ਹੋਣ ਲੱਗਿਆ ਸੀ। ਪਰ ਮੈਂ ਕੀ ਕਰਦਾ? ਸਬੂਤ ਦੇ ਬਿਨਾਂ ਮੈਂ ਉਸ ਨੂੰ ਤਲਾਕ ਵੀ ਨਹੀਂ ਦੇ ਸਕਦਾ ਸੀ। ਹੁਣ ਮੈਨੂੰ ਬਹੁਤ ਚਿੰਤਾ ਹੋ ਰਹੀ ਸੀ ਉਸ ਤੋਂ ਕਿਵੇਂ ਤੇ ਕਿੱਦਾਂ ਛੁਟਕਾਰਾ ਪਾਵਾਂ। ਪਰ ਮੈਂ ਇੱਕ ਵਾਰੀ ਜਾਣਨਾ ਚਾਹੁੰਦਾ ਸੀ ਕਿ ਮੇਰੀ ਘਰਵਾਲੀ ਆਖਰ ਕਰ ਕੀ ਰਹੀ ਹੈ ਤੇ ਮੇਰੇ ਪਿੱਛੋਂ ਕਿੱਥੇ ਜਾਂਦੀ ਹੈ। ਉਸ ਦੇ ਨਾਲ ਕੌਣ ਹੈ? ਮੈਂ ਸਭ ਜਾਣਨਾ ਚਾਹੁੰਦਾ ਸੀ ਕਿ ਉਸ ਨੂੰ ਇਸ ਰਾਸਤੇ ਤੇ ਕੌਣ ਲੈ ਕੇ ਗਿਆ ਹੈ। ਹੁਣ ਇਹ ਬਹੁਤ ਜ਼ਰੂਰੀ ਹੋ ਗਿਆ ਸੀ। ਫਿਰ ਮੈਨੂੰ ਨੌਕਰਾਣੀ ਨੇ ਦੱਸਿਆ ਕਿ ਅਜੀਬ ਜਿਹੇ ਲੋਕ ਮੇਰੇ ਘਰ ਆਉਂਦੇ ਨੇ ਪਰ ਅਕਸਰ ਦਰਵਾਜ਼ੇ ਤੋਂ ਮੁੜ ਜਾਂਦੇ ਨੇ। ਪਰ ਇੱਕ ਬਾਬਾ ਵੀ ਹੈ ਜੋ ਰੋਜ਼ ਆਉਂਦਾ ਹੈ। ਉਸ ਬਾਬੇ ਨੂੰ ਕਦੀ ਤਾਂ ਮੇਰੀ ਘਰਵਾਲੀ ਅੰਦਰ ਲੈ ਜਾਂਦੀ ਹੈ ਤੇ ਕਦੇ ਉਹ ਡਰਾਇੰਗ ਰੂਮ ਵਿੱਚ ਵੀ ਆ ਜਾਂਦਾ ਹੈ। ਫਿਰ ਮੇਰੀ ਘਰਵਾਲੀ ਸਖਤੀ ਨਾਲ ਉਸ ਕਮਰੇ ਵਿੱਚ ਕਿਸੇ ਨੂੰ ਨਹੀਂ ਆਉਣ ਦਿੰਦੀ ਤੇ ਆਪਣਾ ਦਰਵਾਜ਼ਾ ਅੰਦਰੋਂ ਬੰਦ ਕਰ ਲੈਂਦੀ ਹੈ ਕਿਉਂਕਿ ਡਰਾਇੰਗ ਰੂਮ ਤੋਂ ਬਾਹਰ ਆਵਾਜ਼ ਬਿਲਕੁਲ ਵੀ ਨਹੀਂ ਆਉਂਦੀ। ਇਹ ਤਾਂ ਮੈਨੂੰ ਪੱਕਾ ਯਕੀਨ ਸੀ ਤੇ ਹੁਣ ਮੈਨੂੰ ਪਤਾ ਹੋ ਗਿਆ ਸੀ ਕਿ ਮੇਰੀ ਘਰਵਾਲੀ ਸੱਚ ਵਿੱਚ ਕਿਸੇ ਦੇ ਚੱਕਰ ਵਿੱਚ ਹੈ। ਪਰ ਇੱਕ ਬਾਬੇ ਦੇ ਨਾਲ ਕੀ ਮੇਰੀ ਘਰਵਾਲੀ ਦਾ ਚਰਿੱਤਰ ਇੰਨਾ ਗਿਰ ਗਿਆ ਹੈ ਕਿ ਬਾਬੇ ਦੇ ਨਾਲ ਉਹ ਰਿਲੇਸ਼ਨ ਵਿੱਚ ਰਹਿਣਾ ਚਾਹੁੰਦੀ ਸੀ ਕਿ ਉਸ ਨੂੰ ਦੁਨੀਆ ਤੇ ਕੋਈ ਹੋਰ ਇਨਸਾਨ ਹੀ ਨਹੀਂ ਮਿਲਿਆ। ਉਸ ਵਿੱਚ ਅਜਿਹਾ ਕੀ ਸੀ ਕਿ ਮੇਰੀ ਘਰਵਾਲੀ ਮੈਨੂੰ ਧੋਖਾ ਦੇ ਕੇ ਉਸ ਨੂੰ ਇੰਨੀ ਅਹਿਮੀਅਤ ਦੇ ਰਹੀ ਸੀ। ਹੁਣ ਤਾਂ ਮੈਨੂੰ ਉਸ ਬਾਬੇ ਦੇ ਬਾਰੇ ਜਾਣਨ ਨੂੰ ਦਿਲ 'ਚ ਬੇਚੈਨੀ ਹੋ ਰਹੀ ਸੀ ਕਿ ਅਜਿਹਾ ਉਸ ਵਿੱਚ ਕੀ ਸੀ ਜੋ ਮੇਰੇ ਵਿੱਚ ਨਹੀਂ ਸੀ। ਮੇਰੇ ਕੋਲ ਇੰਨੀ ਦੌਲਤ ਹੈ ਕਿ ਮੈਂ ਦੁਨੀਆ ਦੀ ਹਰ ਖੁਸ਼ੀ ਖਰੀਦ ਕੇ ਉਸ ਦੇ ਪੈਰਾਂ 'ਚ ਰੱਖ ਸਕਦਾ ਸੀ ਪਰ ਮੇਰੀ ਘਰਵਾਲੀ ਮੇਰੇ ਨਾਲ ਖੁਸ਼ ਨਹੀਂ ਸੀ। ਹਰ ਵਕਤ ਸ਼ਿਕਾਇਤਾਂ ਵਿੱਚ ਲੱਗੀ ਰਹਿੰਦੀ ਸੀ, ਹਰ ਵਕਤ ਤਾਨੇ ਹੀ ਦਿੰਦੀ ਰਹਿੰਦੀ ਸੀ। ਜਦੋਂ ਤੋਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਏ ਸੀ ਉਹ ਸਿਰ ਤੋਂ ਪੈਰਾਂ ਤੱਕ ਬਿਲਕੁਲ ਬਦਲ ਗਈ ਸੀ। ਹਰ ਵਕਤ ਹੱਸਦੀ ਮੁਸਕਰਾਉਂਦੀ ਰਹਿੰਦੀ ਸੀ। ਪਹਿਲਾਂ ਹਰ ਗੱਲ ਤੇ ਸ਼ਿਕਾਇਤਾਂ ਕਰਦੀ ਰਹਿੰਦੀ ਤੇ ਹੁਣ ਇਕੱਲੀ ਰਹਿੰਦੀ ਸੀ ਤੇ ਪੂਜਾ ਪਾਠ ਵਿੱਚ ਘੰਟੇ ਹੀ ਲੱਗੀ ਰਹਿੰਦੀ। ਪਹਿਲਾਂ ਤਾਂ ਬਾਹਰ ਵੀ ਕਦੀ ਨਹੀਂ ਜਾਇਆ ਕਰਦੀ ਸੀ, ਹੁਣ ਇਕੱਲੀ ਹੀ ਘੰਟੇ ਬਿਤਾ ਕੇ ਆਉਂਦੀ ਸੀ। ਉਸ ਦੇ ਕੱਪੜਿਆਂ ਦਾ ਫੈਸ਼ਨ, ਰਹਿਣ ਸਹਿਣ ਵੀ ਬਦਲ ਗਿਆ ਸੀ। ਹੁਣ ਤਾਂ ਰਾਤ ਨੂੰ ਵੀ ਉੱਠ ਕੇ ਕਿਤੇ ਚਲੀ ਜਾਂਦੀ ਸੀ। ਮੇਰੀ ਘਰਵਾਲੀ ਇਹ ਸਭ ਬਾਬੇ ਦੀ ਸੰਗਤ ਵਿੱਚ ਕਰ ਰਹੀ ਸੀ। ਅਜਿਹੇ ਬਹੁਤ ਸਵਾਲ ਮੇਰੇ ਦਿਲ ਵਿੱਚ ਉੱਠ ਰਹੇ ਸੀ ਕਿ ਉਸ ਦਾ ਜਵਾਬ ਸਿਰਫ ਮੇਰੀ ਘਰਵਾਲੀ ਦੇ ਕੋਲ ਹੀ ਸੀ। ਇੱਕ ਚੀਜ਼ ਮੈਨੂੰ ਬਹੁਤ ਖਾਈ ਜਾ ਰਹੀ ਸੀ, ਉਹ ਇਹ ਸੀ ਕਿ ਜੇਕਰ ਮੇਰੀ ਘਰਵਾਲੀ ਦੇ ਸੰਬੰਧ ਉਸ ਨਾਲ ਹੋਏ ਤਾਂ ਉਹ ਦੂਜੇ ਲੋਕ ਕੌਣ ਸੀ ਜੋ ਮੇਰੇ ਘਰ ਆਉਂਦੇ ਸੀ। ਮੈਂ ਉਸ ਦਿਨ ਤੋਂ ਬਾਅਦ ਉਸ ਦਾ ਪਿੱਛਾ ਬਹੁਤ ਵਾਰੀ ਕੀਤਾ ਪਰ ਹਰ ਵਾਰੀ ਆਪਣੀ ਗੱਡੀ ਕਿਸੇ ਪਬਲਿਕ ਪਲੇਸ ਤੇ ਖੜੀ ਕਰਕੇ ਘੰਟਿਆਂ ਗਾਇਬ ਹੋ ਜਾਂਦੀ ਸੀ। ਮੈਂ ਉਸ ਦਾ ਇੰਤਜ਼ਾਰ ਕਰਦਾ, ਮੈਨੂੰ ਉਸ ਥਾਂ ਤੋਂ ਕੁਝ ਹਾਸਿਲ ਨਾ ਹੁੰਦਾ। ਹੁਣ ਮੈਂ ਸੋਚਣ ਤੇ ਮਜਬੂਰ ਹੋ ਗਿਆ ਸੀ ਕਿ ਜੇਕਰ ਉਸ ਦਾ ਸੰਬੰਧ ਉਸ ਬਾਬੇ ਨਾਲ ਹੈ ਤਾਂ ਉਸ ਨੂੰ ਮਿਲਣ ਜ਼ਰੂਰ ਜਾਊਗੀ ਕਿਸੇ ਵੀ ਥਾਂ ਤੇ। ਪਰ ਮੈਂ ਸਮਝ ਨਹੀਂ ਪਾਉਂਦਾ ਸੀ ਕਿ ਆਖਰ ਕਿੱਥੇ। ਮੈਂ ਉਸ ਦੀ ਗੱਡੀ ਦਾ ਪਿੱਛਾ ਕੀਤਾ, ਉਹ ਗੱਡੀ ਪਬਲਿਕ ਪਲੇਸ ਤੇ ਖੜਾ ਕਰਕੇ ਗਾਇਬ ਹੋ ਜਾਂਦੀ। ਮੈਂ ਉਸ ਨੂੰ ਕਦੇ ਵੀ ਕਿਸੇ ਦੇ ਨਾਲ ਨਹੀਂ ਦੇਖਿਆ ਸੀ। ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ ਸੀ। ਥੋੜ੍ਹੀ ਦੇਰ ਲਈ
ਮੈਂ ਮੰਨ ਲਿਆ ਸੀ ਕਿ ਮੇਰੀ ਘਰਵਾਲੀ ਕਿਸੇ ਦੂਜੇ ਦੀ ਗੱਡੀ ਵਿੱਚ ਬੈਠ ਕੇ ਚਲੀ ਗਈ, ਤਾਂ ਉਸ ਬਾਬੇ ਕੋਲ ਗੱਡੀ ਕਿੱਥੋਂ ਆਈ? ਉਸ ਦਾ ਸੰਬੰਧ ਕਿਸੇ ਹੋਰ ਨਾਲ ਹੈ, ਤਾਂ ਫਿਰ ਉਸ ਬਾਬੇ ਨੂੰ ਕਿਉਂ ਘਰ ਬੁਲਾਉਂਦੀ ਹੈ ਤੇ ਉਸ ਦੇ ਨਾਲ ਇੰਨਾ ਸਮਾਂ ਕਿਉਂ ਬਿਤਾਉਂਦੀ ਹੈ? ਮੇਰੀ ਘਰਵਾਲੀ ਮੇਰੇ ਲਈ ਇੱਕ ਰਾਜ ਬਣਦੀ ਜਾ ਰਹੀ ਸੀ ਤੇ ਜਦ ਮੈਂ ਘਰ ਜਾਂਦਾ, ਉਹ ਘਰ ਵਿੱਚ ਹੀ ਹੁੰਦੀ ਸੀ ਤਾਂ ਮੇਰੇ ਨਾਲ ਚੰਗੇ ਤਰੀਕੇ ਨਾਲ ਗੱਲ ਕਰਦੀ, ਰੋਟੀ ਬਣਾ ਕੇ ਖਵਾਉਂਦੀ। ਪਰ ਹੁਣ ਮੈਂ ਜਦ ਵੀ ਘਰ ਜਾਂਦਾ, ਮੈਨੂੰ ਉਹ ਘਰ ਨਾ ਮਿਲਦੀ ਤੇ ਜਦ ਵੀ ਮੈਂ ਫ਼ੋਨ ਕਰਕੇ ਪਤਾ ਕਰਦਾ ਕਿ ਤੂੰ ਕਿੱਥੇ ਹੈ, ਮੈਨੂੰ ਕਹਿੰਦੀ ਕਿ ਤੁਹਾਨੂੰ ਫ਼ੋਨ ਕਰਕੇ ਆਉਣਾ ਚਾਹੀਦਾ ਸੀ। ਮੈਨੂੰ ਉਸ ਦੀ ਗੱਲ 'ਤੇ ਬਹੁਤ ਗੁੱਸਾ ਆਉਂਦਾ ਸੀ। ਇੱਕ ਵਾਰੀ ਸੋਚਿਆ ਉਸ ਨੂੰ ਮੈਂ ਆਪ ਹੀ ਪੁੱਛ ਲਵਾਂ, ਪਰ ਫਿਰ ਖਿਆਲ ਆਇਆ ਕਿ ਜੋ ਇਨਸਾਨ ਇੰਨਾ ਜ਼ਿਆਦਾ ਬਦਲ ਸਕਦਾ, ਉਸ ਲਈ ਝੂਠ ਬੋਲਣਾ ਕਿਹੜਾ ਕੋਈ ਵੱਡੀ ਗੱਲ ਹੈ। ਇੱਕ ਦਿਨ ਮੈਂ ਨੌਕਰਾਣੀ ਨੂੰ ਕਹਿ ਦਿੱਤਾ ਕਿ ਜਿੱਦਾਂ ਹੀ ਉਹ ਬਾਬਾ ਆਵੇ ਮੈਨੂੰ ਜ਼ਰੂਰ ਦੱਸੀਂ। ਇੱਕ ਦਿਨ ਮੈਂ ਦਫ਼ਤਰ ਬੈਠਾ ਕੰਮ ਕਰ ਰਿਹਾ ਸੀ ਕਿ ਨੌਕਰਾਣੀ ਦਾ ਫ਼ੋਨ ਆਇਆ ਕਿ ਹੁਣੇ-ਹੁਣੇ ਉਹ ਬਾਬਾ ਆਇਆ ਹੈ ਤੇ ਮੇਰੀ ਘਰਵਾਲੀ ਉਸ ਨੂੰ ਲੈ ਕੇ ਡਰਾਇੰਗ ਰੂਮ ਦੇ ਵਿੱਚ ਚਲੀ ਗਈ ਹੈ। ਮੈਂ ਜਲਦੀ ਨਾਲ ਸਾਰੇ ਕੰਮ ਨੂੰ ਛੱਡ ਕੇ ਆਪਣੇ ਘਰ ਲਈ ਤੁਰ ਪਿਆ ਅਤੇ ਆਪਣੇ ਘਰ ਪਹੁੰਚ ਕੇ ਮੈਂ ਸਿੱਧਾ ਹੀ ਡਰਾਇੰਗ ਰੂਮ ਦਾ ਦਰਵਾਜ਼ਾ ਖੜਕਾਇਆ। ਮੈਂ ਸੋਚ ਰਿਹਾ ਸੀ ਕਿ ਅੱਜ ਉਸ ਨੂੰ ਰੰਗੇ ਹੱਥੀਂ ਫੜਾਂਗਾ, ਉਸ ਨੂੰ ਉਸੇ ਵਕਤ ਉਸ ਬਾਬੇ ਨਾਲ ਵਿਦਾ ਕਰ ਦਊਂਗਾ। ਜਦ ਉਸ ਦੇ ਨਾਲ ਰਹੂਗੀ, ਸੜਕਾਂ ਤੇ ਖਾਣ ਨੂੰ ਤਰਸੂਗੀ, ਉਸ ਨੂੰ ਫੇਰ ਸਮਝ ਆਊਗਾ। ਨਾ ਜਾਣੇ ਮੈਂ ਕੀ-ਕੀ ਸੋਚ ਰਿਹਾ ਸੀ। ਜਿੱਦਾਂ ਹੀ ਮੈਂ ਘਰ ਪਹੁੰਚਿਆ, ਜਾਂਦੇ ਹੀ ਸਿੱਧਾ ਡਰਾਇੰਗ ਰੂਮ ਦਾ ਦਰਵਾਜ਼ਾ ਖੜਕਾਇਆ। ਮੇਰੀ ਘਰਵਾਲੀ ਨੇ ਥੋੜ੍ਹੀ ਦੇਰ ਬਾਅਦ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਉਸ ਨੂੰ ਪਰੇ ਕੀਤਾ, ਸਿੱਧਾ ਅੰਦਰ ਚਲਾ ਗਿਆ। ਮੈਨੂੰ ਲੱਗਿਆ ਕਿ ਉਹ ਬਾਬਾ ਸਾਹਮਣੇ ਹੀ ਹੋਊਗਾ ਤੇ ਮੈਂ ਸਬੂਤ ਦੇ ਨਾਲ ਆਪਣੀ ਘਰਵਾਲੀ 'ਤੇ ਇਲਜ਼ਾਮ ਲਾ ਕੇ ਉਸ ਤੋਂ ਤਲਾਕ ਵੀ ਲੈ ਲਵਾਂਗਾ। ਪਰ ਉਹ ਜੋਗੀ ਬਾਬਾ ਮੈਨੂੰ ਕਿਤੇ ਨਜ਼ਰ ਨਹੀਂ ਆਇਆ। ਮੈਂ ਸਾਰਾ ਡਰਾਇੰਗ ਰੂਮ ਦੇਖ ਲਿਆ ਸੀ, ਪਰ ਉਹ ਬਾਬਾ ਨਾ ਮਿਲਿਆ। ਮੇਰੀ ਘਰਵਾਲੀ ਮੈਨੂੰ ਬਾਰ-ਬਾਰ ਪੁੱਛ ਰਹੀ ਸੀ ਕਿ ਤੁਸੀਂ ਕੀ ਲੱਭ ਰਹੇ ਹੋ, ਪਰ ਮੈਂ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ। ਜਦ ਸਾਰਾ ਡਰਾਇੰਗ ਰੂਮ ਚੰਗੀ ਤਰ੍ਹਾਂ ਦੇਖ ਲਿਆ, ਫਿਰ ਮੈਂ ਉਸ ਨੂੰ ਪੁੱਛਿਆ ਕਿ ਕਿੱਥੇ ਉਹ ਬਾਬਾ ਜਿਸ ਨੂੰ ਲੈ ਕੇ ਡਰਾਇੰਗ ਰੂਮ ਵਿੱਚ ਆਈ ਸੀ? ਤਾਂ ਉਹ ਕਹਿਣ ਲੱਗੀ, ਕਿਹੜਾ ਬਾਬਾ? ਜੇ ਕੋਈ ਹੁੰਦਾ ਤਾਂ ਤੁਹਾਨੂੰ ਨਜ਼ਰ ਨਾ ਆਉਂਦਾ। ਹੁਣ ਮੇਰੇ ਕੋਲ ਕੋਈ ਸਬੂਤ ਨਹੀਂ ਸੀ। ਮੈਂ ਉਸ ਨੂੰ ਕੀ ਕਹਿੰਦਾ ਕਿ ਤੂੰ ਉਸ ਨੂੰ ਅੰਦਰ ਲੈ ਕੇ ਆਈ ਸੀ, ਕਿਉਂਕਿ ਨੌਕਰਾਣੀ ਦੇ ਬਾਰੇ ਮੈਂ ਉਸ ਨੂੰ ਦੱਸ ਨਹੀਂ ਸਕਦਾ ਸੀ ਅਤੇ ਉਹ ਬਾਬਾ ਮੇਰੇ ਸਾਹਮਣੇ ਨਹੀਂ ਸੀ। ਜੇ ਥੋੜ੍ਹੀ ਦੇਰ ਲਈ ਇਹ ਮੰਨ ਵੀ ਲਈਏ ਕਿ ਮੇਰੀ ਘਰਵਾਲੀ ਨੇ ਉਸ ਨੂੰ ਭਜਾ ਦਿੱਤਾ, ਤਾਂ ਦਰਵਾਜ਼ਾ ਤਾਂ ਅੰਦਰ ਤੋਂ ਬੰਦ ਸੀ ਤੇ ਮੇਰੀ ਘਰਵਾਲੀ ਅੰਦਰ ਸੀ। ਫਿਰ ਉਹ ਬਾਬਾ ਕਿੱਥੋਂ ਜਾਊਗਾ, ਕਿਉਂਕਿ ਦੂਜੇ ਦਰਵਾਜ਼ੇ ਤੋਂ ਤਾਂ ਮੈਂ ਆਇਆ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਹ ਕਿੱਥੇ ਚਲਾ ਗਿਆ। ਫਿਰ ਮੈਨੂੰ ਯਾਦ ਆਇਆ ਕਿ ਜਦ ਮੈਂ ਆਪਣੀ ਘਰਵਾਲੀ ਦਾ ਪਿੱਛਾ ਕਰਦਾ ਸੀ ਤਾਂ ਉਹ ਵੀ ਗਾਇਬ ਹੋ ਜਾਂਦੀ ਸੀ। ਮੈਂ ਦੇਖਦਾ ਰਹਿ ਜਾਂਦਾ ਸੀ। ਅਜਿਹਾ ਇੱਕ ਦਫਾ ਨਹੀਂ, ਕਈ ਵਾਰੀ ਹੋਇਆ। ਘਰਵਾਲੀ ਨੇ ਦੱਸਿਆ ਕਿ ਉਹ ਉਸ ਦਿਨ ਆਪਣੀ ਗੱਡੀ ਨੂੰ ਪਾਰਕਿੰਗ ਦੇ ਵਿੱਚ ਲਾ ਕੇ ਪਲਾਜ਼ਮਾ ਦੇ ਵਿੱਚ ਸ਼ਾਪਿੰਗ ਕਰਨ ਲਈ ਗਈ ਸੀ। ਉਹ ਮੈਨੂੰ ਦੱਸ ਰਹੀ ਸੀ ਕਿ ਉਹ ਉਸ ਦਿਨ ਉਸ ਸ਼ਾਪਿੰਗ ਮਾਲ ਦੇ ਵਿੱਚ ਸੀ। ਜਦੋਂ ਮੈਂ ਲੋਕੇਸ਼ਨ ਦੇਖੀ, ਉਸ ਦੇ ਫ਼ੋਨ ਵਿੱਚ ਉਹ ਥਾਂ ਮੌਜੂਦ ਸੀ, ਜਿਸ ਕਰਕੇ ਜੋ ਮੇਰੀ ਘਰਵਾਲੀ ਨੇ ਮੈਨੂੰ ਦੱਸਿਆ। ਹੁਣ ਮੈਨੂੰ ਆਪਣੇ ਆਪ 'ਤੇ ਸ਼ਰਮ ਆ ਰਹੀ ਸੀ। ਮੈਂ ਆਪਣੀ ਘਰਵਾਲੀ ਨੂੰ ਤਾਂ ਕੁਝ ਨਾ ਕਿਹਾ, ਪਰ ਬਾਹਰ ਜਾ ਕੇ ਨੌਕਰਾਣੀ ਨੂੰ ਉਸੇ ਵਕਤ ਹਟਾ ਦਿੱਤਾ। ਉਹ ਮੈਨੂੰ ਗਲਤ ਦੱਸ ਰਹੀ ਸੀ। ਮੈਂ ਆਪਣੀ ਘਰਵਾਲੀ ਤੋਂ ਮਾਫ਼ੀ ਮੰਗੀ ਤੇ ਆਪਣੇ ਦਫ਼ਤਰ ਚਲਾ ਗਿਆ। ਪਰ ਜਦੋਂ ਸ਼ਾਮ ਨੂੰ ਵਾਪਸ ਆਇਆ ਤਾਂ ਮੇਰੀ ਘਰਵਾਲੀ ਘਰ ਨਹੀਂ ਸੀ। ਫਿਰ ਮੈਂ ਸੋਚਿਆ ਕਿ ਸੁਸਾਇਟੀ ਦੇ ਚੌਕੀਦਾਰ ਨੂੰ ਪੁੱਛ ਲੈਣਾ ਹਾਂ। ਮੈਂ ਉਸ ਨੂੰ ਗੱਲਾਂ-ਗੱਲਾਂ ਵਿੱਚ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੇਰੀ ਘਰਵਾਲੀ ਦਿਨ 'ਚ 2-3 ਵਾਰ ਜ਼ਰੂਰ ਬਾਹਰ ਜਾਂਦੀ ਹੈ ਤੇ ਕਦੀ-ਕਦਾਰ ਤਾਂ ਰਾਤ ਨੂੰ ਵੀ ਚਲੀ ਜਾਂਦੀ ਹੈ। ਮੈਂ ਉਸ ਤੋਂ ਉਸ ਬਾਬੇ ਬਾਰੇ ਪੁੱਛਿਆ ਕਿ ਅਜਿਹਾ ਕੋਈ ਆਦਮੀ ਇੱਥੇ ਆਉਂਦਾ ਹੈ, ਤਾਂ ਚੌਕੀਦਾਰ ਨੇ ਮੈਨੂੰ ਦੱਸਿਆ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਹੀ ਖਿਸਕ ਗਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਉਸ ਵਕਤ ਆਪਣੀ ਘਰਵਾਲੀ ਨੂੰ ਫ਼ੋਨ ਕੀਤਾ ਤੇ ਉਸ ਨੂੰ ਕਿਹਾ, ਜਿੱਥੇ ਵੀ ਤੂੰ ਹੈ ਮੈਨੂੰ ਆਪਣੀ ਲੋਕੇਸ਼ਨ ਭੇਜ ਦੇ, ਮੈਂ ਉੱਥੇ ਆਉਣਾ ਚਾਹੁੰਦਾ ਹਾਂ। ਉਸ ਨੇ ਮੈਨੂੰ ਆਪਣੀ ਲੋਕੇਸ਼ਨ ਸੈਂਡ ਕਰ ਦਿੱਤੀ ਤੇ ਜਦੋਂ ਮੈਂ ਉੱਥੇ ਗਿਆ ਤਾਂ ਉਹ ਮੇਰਾ ਵੇਟਿੰਗ ਏਰੀਆ ਦੇ ਵਿੱਚ ਇੰਤਜ਼ਾਰ ਕਰ ਰਹੀ ਸੀ। ਮੈਂ ਉਸ ਨੂੰ ਪੁੱਛਿਆ ਕਿ ਤੂੰ ਇੱਥੇ ਕੀ ਕਰ ਰਹੀ ਹੈ? ਉਸ ਨੇ ਕੋਈ ਸ਼ਾਪਿੰਗ ਨਹੀਂ ਕੀਤੀ ਸੀ। ਜਦ ਮੈਂ ਉਸ ਨੂੰ ਪੁੱਛਿਆ ਕਿ ਜੇਕਰ ਸ਼ਾਪਿੰਗ ਨਹੀਂ ਕਰਨੀ ਤਾਂ ਇੱਥੇ ਕੀ ਕਰਨ ਆਈ ਹੈ, ਤਾਂ ਉਸ ਨੇ ਕਿਹਾ ਕਿ ਉਹ ਤਾਂ ਮੇਰਾ ਇੰਤਜ਼ਾਰ ਕਰ ਰਹੀ ਸੀ, ਕਿਉਂਕਿ ਮੈਂ ਉਸ ਨੂੰ ਕਿਹਾ ਸੀ ਕਿ ਮੈਂ ਆਉਣ ਵਾਲਾ ਹਾਂ, ਮੇਰੇ ਨਾਲ ਸ਼ਾਪਿੰਗ ਕਰਨਾ ਚਾਹੁੰਦੀ ਹੈ। ਜੇ ਇਹ ਸਭ ਮੈਨੂੰ ਚੌਕੀਦਾਰ ਤੋਂ ਪਤਾ ਕਰਨ ਤੋਂ ਪਹਿਲਾਂ ਕਹਿੰਦੀ ਤਾਂ ਸ਼ਾਇਦ ਮੈਂ ਖੁਸ਼ ਹੋ ਜਾਂਦਾ, ਪਰ ਮੇਰੀ ਘਰਵਾਲੀ ਨੂੰ ਮੇਰੀ ਕਿੰਨੀ ਪਰਵਾਹ ਹੈ। ਪਰ ਹੁਣ ਮੈਨੂੰ ਉਸ 'ਤੇ ਗੁੱਸਾ ਆ ਰਿਹਾ ਸੀ। ਮੈਨੂੰ ਪਤਾ ਲੱਗ ਰਿਹਾ ਸੀ ਕਿ ਮੈਂ ਜੋ ਵੀ ਸਵਾਲ ਕਰੂੰਗਾ ਉਸ ਦਾ ਜਵਾਬ ਇਸ ਕੋਲ ਹੋਊਗਾ, ਪਰ ਹੁਣ ਮੈਨੂੰ ਉਸ ਦੀ ਕਿਸੇ ਗੱਲ 'ਤੇ ਯਕੀਨ ਨਹੀਂ ਹੋ ਰਿਹਾ ਸੀ। ਮੈਨੂੰ ਉਸ ਦੀਆਂ ਸਾਰੀਆਂ ਗੱਲਾਂ ਝੂਠੀਆਂ ਹੀ ਲੱਗਦੀਆਂ ਸੀ। ਕਿਸੇ ਵੀ ਗੱਲ ਦਾ ਸੱਚ ਨਹੀਂ ਆਉਂਦਾ ਸੀ। ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਆਪਣੀਆਂ ਗੱਲਾਂ ਨਾਲ ਆਪਣੇ ਆਪ ਨੂੰ ਬਚਾ ਲੈਂਦੀ ਹੈ ਤੇ ਮੇਰੇ ਕੋਲ ਕੋਈ ਸਬੂਤ ਨਾ ਹੋਣ ਕਰਕੇ ਮੈਂ ਉਸ ਨੂੰ ਕੁਝ ਨਹੀਂ ਕਹਿ ਸਕਦਾ।
ਉਸ ਵਕਤ ਤਾਂ ਮੈਂ ਉਸ ਨੂੰ ਨਾਲ ਲੈ ਕੇ ਵਾਪਸ ਆ ਗਿਆ ਸੀ, ਪਰ ਹੁਣ ਮੇਰੀ ਜਾਸੂਸੀ ਦਾ ਕੰਮ ਚੌਕੀਦਾਰ ਕਰ ਰਿਹਾ ਸੀ। ਮੈਂ ਆਪਣੇ ਵਕੀਲ ਨੂੰ ਕਹਿ ਕੇ ਤਲਾਕ ਦੇ ਕਾਗਜ਼ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਤੇ ਆਪਣੀ ਗਰਲਫ੍ਰੈਂਡ ਨੂੰ ਵੀ ਦੱਸ ਦਿੱਤਾ ਕਿ ਮੈਂ ਬਹੁਤ ਜਲਦ ਤੇਰੇ ਨਾਲ ਵਿਆਹ ਕਰਾਂਗਾ। ਪਹਿਲਾਂ ਆਪਣੀ ਘਰਵਾਲੀ ਨੂੰ ਤਲਾਕ ਦੇਵਾਂਗਾ ਤੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦੇ। ਇੱਕ ਦਿਨ ਮੈਂ ਅਚਾਨਕ ਘਰ ਆਇਆ ਤਾਂ ਮੈਂ ਦੇਖਿਆ ਕਿ ਮੇਰੀ ਘਰਵਾਲੀ ਕਿਤੇ ਜਾਣ ਲਈ ਤਿਆਰ ਹੋ ਰਹੀ ਸੀ। ਮੈਂ ਉਸ ਨੂੰ ਦੇਖ ਕੇ ਹੈਰਾਨ ਹੋ ਗਿਆ ਸੀ। ਉਸਨੇ ਜੋ ਡਰੈਸ ਪਾਈ ਸੀ ਅਤੇ ਜਿਸ ਤਰ੍ਹਾਂ ਉਹ ਤਿਆਰ ਹੋਈ ਸੀ, ਮੈਨੂੰ ਬੜੀ ਹੈਰਾਨੀ ਹੋ ਰਹੀ ਸੀ, ਕਿਉਂਕਿ ਉਹੀ ਘਰਵਾਲੀ ਸੀ। ਜੇ ਉਸ ਨੂੰ ਮੈਂ ਸ਼ਰਟ ਪਾਉਣ ਨੂੰ ਕਹਿ ਦਿੰਦਾ ਤਾਂ ਉਹ ਗੁੱਸੇ ਹੋ ਜਾਂਦੀ ਸੀ। ਜਦ ਮੈਂ ਉਸ ਨੂੰ ਪੁੱਛਿਆ ਕਿ ਕਿੱਥੇ ਜਾ ਰਹੀ ਹੈ ਤਾਂ ਉਸਨੇ ਕੋਈ ਜਵਾਬ ਨਹੀਂ ਦਿੱਤਾ। ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੀ। ਅਸਲ ਵਿੱਚ ਅੱਜ ਉਸਨੇ ਦਰਵਾਜ਼ਾ ਲੌਕ ਨਹੀਂ ਕੀਤਾ ਸੀ ਤੇ ਮੈਂ ਚਾਬੀ ਤੋਂ ਦਰਵਾਜ਼ਾ ਖੋਲ੍ਹ ਕੇ ਆਪ ਹੀ ਅੰਦਰ ਆ ਗਿਆ ਸੀ। ਇਸ ਤਰ੍ਹਾਂ ਸ਼ਾਇਦ ਉਹ ਰੰਗੇ ਹੱਥੀਂ ਫੜੀ ਗਈ। ਮੈਂ ਉਸ ਨੂੰ ਕਿਹਾ ਕਿ ਅੱਜ ਬਾਰਿਸ਼ ਹੋ ਰਹੀ ਹੈ, ਇਸ ਲਈ ਉਹ ਜਿੱਥੇ ਵੀ ਜਾ ਰਹੀ ਹੈ ਮੈਂ ਉਸ ਦੇ ਨਾਲ ਜਾਵਾਂਗਾ। ਦੋਨੋਂ ਇਕੱਠੇ ਜਾਵਾਂਗੇ ਤਾਂ ਇੰਜੋਏ ਕਰਾਂਗੇ। ਉਹ ਮੇਰੀ ਗੱਲ ਸੁਣ ਕੇ ਹੈਰਾਨ ਹੋ ਗਈ ਸੀ ਤੇ ਖੁਸ਼ ਨਹੀਂ ਸੀ। ਉਸ ਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਕਹਿਣ ਲੱਗੀ, ਛੱਡੋ, ਜੇ ਤੁਸੀਂ ਫ੍ਰੀ ਹੋ ਤਾਂ ਆਪਾਂ ਘਰ ਹੀ ਰਹਿ ਲੈਂਦੇ ਹਾਂ। ਮੈਂ ਉਸ ਨੂੰ ਕਿਹਾ, ਨਹੀਂ, ਜੇ ਤੂੰ ਬਾਹਰ ਜਾਣ ਲਈ ਤਿਆਰ ਹੋਈ ਹੈ ਤਾਂ ਆਪਾਂ ਬਾਹਰ ਚੱਲਦੇ ਹਾਂ। ਪਰ ਉਸ ਦੇ ਅੰਦਰੋਂ ਲੱਗ ਰਿਹਾ ਸੀ ਜਿੱਦਾਂ ਉਹ ਮੇਰੀ ਗੱਲ ਸੁਣ ਕੇ ਪਰੇਸ਼ਾਨ ਹੋ ਗਈ ਹੋਵੇ। ਮੈਨੂੰ ਪਤਾ ਸੀ ਉਹ ਕਦੀ ਵੀ ਮੇਰੇ ਨਾਲ ਆਪਣੇ ਆਪ ਬਾਹਰ ਜਾਣ ਲਈ ਨਹੀਂ ਮੰਨੂਗੀ ਤੇ ਆਪਣੇ ਨਾਲ ਮੈਨੂੰ ਬਾਹਰ ਨਹੀਂ ਲੈ ਕੇ ਜਾਊਗੀ। ਪਰ ਉਸ ਦਾ ਸੱਚ ਸਾਹਮਣੇ ਆਉਣ ਲਈ ਮੈਂ ਇਹ ਗੱਲ ਕਹਿ ਦਿੱਤੀ। ਮੇਰੀ ਗੱਲ ਸੁਣ ਕੇ ਪਰੇਸ਼ਾਨ ਹੋ ਗਈ। ਉਹ ਗੱਲ ਬਦਲਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਸ ਦੌਰਾਨ ਮੈਂ ਦੇਖਿਆ ਕਿ ਉਸ ਦਾ ਫੋਨ ਬਾਰ-ਬਾਰ ਵੱਜ ਰਿਹਾ ਸੀ। ਕੋਈ ਉਸ ਨੂੰ ਬਾਰ-ਬਾਰ ਫੋਨ ਕਰ ਰਿਹਾ ਸੀ ਤੇ ਫੋਨ ਤੇ ਮੈਸੇਜ ਵੀ ਆ ਰਹੇ ਸੀ। ਉਸ ਦੇ ਫੋਨ ਤੇ ਮੈਸੇਜ ਆਈ ਜਾਂਦੇ ਸੀ ਤੇ ਉਸ ਦੇ ਚਿਹਰੇ ਦਾ ਰੰਗ ਉੱਡਦਾ ਜਾ ਰਿਹਾ ਸੀ। ਉਹ ਪਰੇਸ਼ਾਨੀ ਨਾਲ ਕਦੀ ਮੈਨੂੰ ਦੇਖਦੀ ਤੇ ਕਦੀ ਫੋਨ ਨੂੰ ਦੇਖ ਰਹੀ ਸੀ। ਉਹ ਉਸ ਸਮੇਂ ਬਹੁਤ ਪਰੇਸ਼ਾਨੀ ਵਿੱਚ ਸੀ। ਮੈਂ ਦੇਖ ਕੇ ਉਸ ਦੇ ਹੱਥੋਂ ਫੋਨ ਲਿੱਤਾ ਕਿ ਮੈਂ ਦੇਖਾਂ ਕਿਸ ਤਰ੍ਹਾਂ ਮੈਸੇਜ ਆ ਰਿਹਾ ਹੈ, ਲੇਕਿਨ ਉਸ ਨੇ ਮੇਰੇ ਹੱਥ ਤੋਂ ਫੋਨ ਖੋਹ ਲਿਆ। ਉਸੇ ਵਕਤ ਫੋਨ ਫੇਰ ਤੋਂ ਆਇਆ। ਫੋਨ ਤੇ ਕੁਝ ਅਜੀਬ ਹੀ ਨਾਂ ਲਿਖਿਆ ਸੀ। ਮੈਂ ਜਲਦੀ ਨਾਲ ਫੋਨ ਅਟੈਂਡ ਕਰਨ ਲਈ ਕਿਹਾ ਤੇ ਕਿਹਾ ਕਿ ਫੋਨ ਨੂੰ ਸਪੀਕਰ ਤੇ ਲਾ, ਮੈਂ ਵੀ ਸੁਣਨਾ ਹੈ ਕਿ ਕਿਸ ਦਾ ਫੋਨ ਹੈ। ਤਾਂ ਇੱਕ ਫੋਨ ਤੇ ਮੁੰਡੇ ਦੀ ਆਵਾਜ਼ ਆ ਰਹੀ ਸੀ। ਕਿਹਾ ਕਿ ਤੁਸੀਂ ਕਿੱਥੇ ਹੋ? ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ। ਕਿੰਨੀ ਦੇਰ ਹੋ ਗਈ? ਤੁਸੀਂ ਇੰਨੀ ਲੇਟ ਕਿੱਦਾਂ ਹੋ ਗਏ? ਤੁਸੀਂ ਤਾਂ ਹਮੇਸ਼ਾ ਟਾਈਮ ਤੇ ਆ ਜਾਂਦੇ ਹੋ। ਅੱਜ ਕੀ ਹੋ ਗਿਆ? ਜਲਦੀ ਆ ਜਾਓ। ਉਹ ਸਾਡੇ ਕੋਲ ਸਮਾਂ ਵੀ ਨਹੀਂ ਹੈ, ਹੋਰ ਵੀ ਲੋਕ ਇੰਤਜ਼ਾਰ ਕਰ ਰਹੇ ਨੇ। ਜੇ ਤੁਹਾਡਾ ਹੋਣਾ ਇੱਥੇ ਕਿੰਨਾ ਜ਼ਰੂਰੀ ਹੈ ਇਹ ਤੁਹਾਨੂੰ ਪਤਾ ਹੈ, ਇਸ ਲਈ ਜਲਦੀ ਆ ਜਾਓ। ਜੇ ਤੁਸੀਂ ਨਾ ਆਏ ਤਾਂ 5 ਮਿੰਟ ਬਾਅਦ ਮੈਂ ਤੁਹਾਡੇ ਘਰ ਦੇ ਬਾਹਰ ਆ ਜਾਊਂਗਾ। ਉਸ ਦੇ ਸ਼ਬਦਾਂ ਨੇ ਮੈਨੂੰ ਕਨਫਿਊਜ਼ ਕਰ ਦਿੱਤਾ ਤੇ ਮੈਂ ਆਪਣੀ ਘਰਵਾਲੀ ਨੂੰ ਪੁੱਛਿਆ ਕਿ ਇਹ ਕੌਣ ਹੈ ਤੇ ਤੂੰ ਕਿੱਥੇ ਜਾ ਰਹੀ ਹੈ? ਪਰ ਉਹ ਕੋਈ ਜਵਾਬ ਨਹੀਂ ਦੇ ਰਹੀ ਸੀ ਤੇ ਬਿਲਕੁਲ ਚੁੱਪ ਸੀ। ਮੈਂ ਉਸ ਨੂੰ ਬਹੁਤ ਕੁਝ ਕਿਹਾ। ਤਲਾਕ ਦੇ ਕਾਗਜ਼ ਸਾਈਨ ਕਰਨ ਲਈ ਉਸ ਦੇ ਸਾਹਮਣੇ ਰੱਖ ਦਿੱਤੇ। ਉਸ ਨੇ ਤਲਾਕ ਦੇ ਕਾਗਜ਼ ਚੁੱਕੇ ਤੇ ਆਪਣੇ ਬੈਗ ਵਿੱਚ ਰੱਖ ਲਏ, ਪਰ ਇੱਕ ਸ਼ਬਦ ਵੀ ਨਾ ਕਿਹਾ ਤੇ ਆਪਣਾ ਸਮਾਨ ਚੁੱਕ ਕੇ ਘਰ ਤੋਂ ਚਲੀ ਗਈ। ਉਸ ਨੂੰ ਸਮਾਨ ਚੁੱਕ ਕੇ ਦੇਖ ਮੈਨੂੰ ਹੈਰਾਨੀ ਹੋਈ, ਜਿੱਦਾਂ ਉਹ ਪਹਿਲਾਂ ਹੀ ਤਿਆਰ ਕਰੀ ਬੈਠੀ ਸੀ। ਫਿਰ ਜਦੋਂ ਉਸ ਦੇ ਤਲਾਕ ਦੇਣ ਤੋਂ ਬਾਅਦ ਥੋੜ੍ਹਾ ਬਹੁਤ ਮੈਨੂੰ ਦੁੱਖ ਹੋ ਰਿਹਾ ਸੀ, ਉਹ ਸਮਾਨ ਦੇਖ ਕੇ ਖਤਮ ਹੋ ਗਿਆ ਕਿ ਜੇ ਮੈਂ ਉਸ ਨੂੰ ਤਲਾਕ ਨਾ ਦਿੰਦਾ, ਉਹ ਆਪੇ ਹੀ ਮੈਨੂੰ ਛੱਡ ਕੇ ਜਾਣ ਵਾਲੀ ਸੀ। ਤਾਂ ਮੈਂ ਤਲਾਕ ਦੇ ਕੇ ਉਸ ਦੀ ਮੁਸ਼ਕਲ ਆਸਾਨ ਕਰ ਦਿੱਤੀ। ਉਸ ਦੇ ਜਾਣ ਦੇ ਕੁਝ ਦਿਨ ਗੁਜ਼ਰਦੇ ਹੀ ਮੈਂ ਚੌਕੀਦਾਰ ਤੋਂ ਪੁੱਛਿਆ ਕਿ ਬਾਬਾ ਹੁਣ ਵੀ ਆਉਂਦਾ ਹੈ? ਤਾਂ ਚੌਕੀਦਾਰ ਨੇ ਕਿਹਾ ਕਿ ਹੁਣ ਤਾਂ ਬਹੁਤ ਸਮਾਂ ਹੋ ਗਿਆ, ਉਹ ਕਦੀ ਇੱਥੇ ਨਹੀਂ ਆਇਆ। ਮੈਂ ਚੌਕੀਦਾਰ ਨੂੰ ਕਿਹਾ ਕਿ ਉਹ ਹੁਣ ਇੱਥੇ ਆਊਗਾ ਵੀ ਨਹੀਂ, ਕਿਉਂਕਿ ਮੈਂ ਆਪਣੀ ਘਰਵਾਲੀ ਨੂੰ ਤਲਾਕ ਦੇ ਦਿੱਤਾ ਹੈ। ਉਸ ਤੇ ਚੌਕੀਦਾਰ ਨੇ ਕਿਹਾ, ਇਹ ਤੁਸੀਂ ਬਹੁਤ ਵਧੀਆ ਕੀਤਾ। ਜੋ ਔਰਤ ਤੁਹਾਡੇ ਵਰਗੇ ਪਤੀ ਦੇ ਹੁੰਦੇ ਇੱਕ ਬਾਬੇ ਨਾਲ ਆਪਣੇ ਸੰਬੰਧ ਰੱਖਦੀ ਹੈ, ਉਹ ਘਰ 'ਚ ਰਹਿਣ ਦੇ ਲਾਇਕ ਨਹੀਂ। ਅਸਲ ਵਿੱਚ ਮੈਨੂੰ ਚੌਕੀਦਾਰ ਨੇ ਦੱਸਿਆ ਸੀ ਕਿ ਉਸ ਬਾਬੇ ਨੂੰ ਬਹੁਤ ਦਫਾ ਸਾਡੇ ਘਰ ਆਉਂਦੇ ਜਾਂਦੇ ਦੇਖਿਆ ਅਤੇ ਜਿਸ ਦਿਨ ਨੌਕਰਾਣੀ ਨੇ ਦੱਸਿਆ ਸੀ ਉਸ ਦਿਨ ਵੀ ਉਹ ਸਾਡੇ ਘਰ ਆਇਆ ਸੀ। ਮੇਰੇ ਘਰ 'ਚ ਆਉਣ ਦੇ ਥੋੜ੍ਹੀ ਦੇਰ ਬਾਅਦ ਵਾਪਸ ਨਿਕਲਿਆ ਸੀ। ਮੈਨੂੰ ਨਹੀਂ ਪਤਾ ਸੀ ਕਿ ਬਾਬਾ ਵੀ ਉਸ ਦਿਨ ਸਾਡੇ ਘਰ ਤੋਂ ਬਾਹਰ ਕਿੱਦਾਂ ਨਿਕਲ ਗਿਆ। ਉਸ ਨੂੰ ਮੇਰੀ ਘਰਵਾਲੀ ਨੇ ਕਿੱਦਾਂ ਬਾਹਰ ਭੇਜ ਦਿੱਤਾ ਸੀ, ਇਸ ਗੱਲ ਦੀ ਮੈਨੂੰ ਹਲੇ ਤੱਕ ਸਮਝ ਨਹੀਂ ਆਈ ਸੀ। ਪਰ ਮੈਨੂੰ ਯਕੀਨ ਹੋ ਗਿਆ ਸੀ ਕਿ ਮੇਰੀ ਘਰਵਾਲੀ ਮੈਨੂੰ ਝੂਠ ਬੋਲਦੀ ਹੈ। ਸ਼ਾਇਦ ਇਹੀ ਕਾਰਨ ਸੀ ਕਿ ਮੈਂ ਹੋਰ ਕਿਸੇ ਗੱਲ ਤੇ ਯਕੀਨ ਨਹੀਂ ਕਰਦਾ ਸੀ। ਮੈਂ ਉਸ ਤੋਂ ਆਪਣਾ ਪਿੱਛਾ ਛੁਡਾ ਲਿਆ ਸੀ, ਦੂਜਾ ਵਿਆਹ ਕਰ ਲਿਆ ਸੀ। ਮੈਂ ਦੂਜੇ ਵਿਆਹ ਤੋਂ ਬਹੁਤ ਖੁਸ਼ ਸੀ। ਮੇਰੀ ਘਰਵਾਲੀ ਬਹੁਤ ਸੋਸ਼ਲ ਸੀ। ਉਸ ਦੇ ਕਰਕੇ ਹੀ ਮੈਨੂੰ ਕਾਰੋਬਾਰ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਣ ਲੱਗਿਆ ਸੀ। ਪਰ ਕਦੀ-ਕਦੀ ਮੈਨੂੰ ਆਪਣੇ ਵਿਆਹ ਦੇ ਪਹਿਲੇ 3 ਸਾਲ ਯਾਦ ਆਉਂਦੇ, ਜਦ ਮੇਰੇ ਕੋਲ ਪੈਸਾ ਨਹੀਂ ਸੀ ਪਰ ਮੇਰੀ ਘਰਵਾਲੀ ਮੇਰਾ ਖਿਆਲ ਰੱਖਦੀ ਸੀ। ਛੋਟੀਆਂ-ਛੋਟੀਆਂ ਜ਼ਰੂਰਤਾਂ, ਖੁਸ਼ੀਆਂ ਦਾ ਖਿਆਲ ਰੱਖਦੀ ਤੇ ਮੈਨੂੰ ਬਹੁਤ ਆਰਾਮ ਮਿਲਦਾ ਸੀ।
ਮੈਨੂੰ ਹੁੰਦਾ ਸੀ ਕਿ ਜਦੋਂ ਮੈਨੂੰ ਮੁਸ਼ਕਲ ਵਕਤ ਸੀ ਤਾਂ ਉਹ ਮੇਰੇ ਨਾਲ ਰਹੀ, ਪਰ ਜਦੋਂ ਆਸਾਨ ਵਕਤ ਸੀ ਤਾਂ ਉਸਨੇ ਮੈਨੂੰ ਧੋਖਾ ਦਿੱਤਾ। ਕਦੀ ਉਸ 'ਤੇ ਗੁੱਸਾ ਆਉਂਦਾ ਤੇ ਕਦੀ ਤਰਸ ਆਉਂਦਾ। ਤਕਰੀਬਨ 1 ਸਾਲ ਦੇ ਬਾਅਦ ਮੈਂ ਇੱਕ ਕੰਮ ਦੇ ਸਿਲਸਿਲੇ ਵਿੱਚ ਖੁਫੀਆ ਪੁਲਿਸ ਦੇ ਦਫ਼ਤਰ ਵਿੱਚ ਗਿਆ ਤਾਂ ਉੱਥੇ ਉਹ ਬੈਠਾ ਸੀ। ਮੈਨੂੰ ਉੱਥੇ ਉਸਦੀ ਆਵਾਜ਼ ਸੁਣਾਈ ਦਿੱਤੀ। ਮੈਂ ਮੁੜ ਕੇ ਦੇਖਿਆ ਤਾਂ ਮੈਂ ਸੁੰਨ ਹੋ ਗਿਆ। ਉੱਥੇ ਕੋਈ ਹੋਰ ਨਹੀਂ, ਮੇਰੀ ਘਰਵਾਲੀ ਸੀ ਜੋ ਕਿਸੇ ਇੰਸਪੈਕਟਰ ਨੂੰ ਕਿਸੇ ਗੱਲ 'ਤੇ ਝਿੜਕ ਰਹੀ ਸੀ। ਮੈਂ ਜਲਦੀ ਨਾਲ ਉਸ ਕੋਲ ਗਿਆ ਤੇ ਕਿਹਾ, "ਤੂੰ ਇੱਥੇ ਕੀ ਕਰ ਰਹੀ ਹੈਂ? ਤੂੰ ਇੱਥੇ ਕਿੱਦਾਂ ਆਈ?" ਉਸ ਨੇ ਮੈਨੂੰ ਕਿਹਾ ਕਿ ਆਪਣੀ ਹੱਦ ਵਿੱਚ ਰਹਿ ਕੇ ਗੱਲ ਕਰੋ। ਮੈਂ ਇੱਥੇ ਇੰਸਪੈਕਟਰ ਹਾਂ। ਮੈਂ ਹੈਰਾਨ ਰਹਿ ਗਿਆ ਸੀ ਕਿਉਂਕਿ ਉਸ ਵਕਤ ਉਹ ਖੁਫੀਆ ਪੁਲਿਸ ਨਾਲ ਗੱਲ ਕਰ ਰਹੀ ਸੀ ਤੇ ਜੋ ਲੋਕ ਮੇਰੇ ਘਰ ਆਉਂਦੇ ਸੀ ਉਹ ਲੋਕ ਉਸ ਦੀ ਵਜ੍ਹਾ ਨਾਲ ਹੀ ਆਉਂਦੇ ਸੀ ਤੇ ਮੈਂ ਉਸ 'ਤੇ ਸ਼ੱਕ ਕਰਦਾ ਸੀ। ਉਹ ਸਭ ਖੁਫੀਆ ਪੁਲਿਸ ਦੇ ਬੰਦੇ ਸੀ ਤੇ ਉਹ ਬਾਬਾ ਉਸ ਦਾ ਭਰਾ ਸੀ। ਅਸਲ ਵਿੱਚ ਉਸ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਕਿਸੇ ਦੂਜੇ ਕੁੜੀਆਂ ਦੇ ਚੱਕਰ ਵਿੱਚ ਹਾਂ ਤੇ ਜਲਦੀ ਹੀ ਦੂਜਾ ਵਿਆਹ ਕਰ ਲਊਂਗਾ। ਇਸ ਲਈ ਉਸ ਨੇ ਆਪਣਾ ਰਾਸਤਾ ਬਦਲ ਲਿੱਤਾ। ਬਜਾਏ ਇਸ ਦੇ ਕਿ ਉਹ ਮੇਰੀ ਯਾਦ ਵਿੱਚ ਰੋਏ, ਆਪਣੀ ਕਿਸਮਤ ਨੂੰ ਕੋਸੇ, ਉਸ ਨੇ ਰੋਣ ਦੀ ਬਜਾਏ ਆਪਣੇ ਦਿਮਾਗ ਦਾ ਸਹੀ ਇਸਤੇਮਾਲ ਕੀਤਾ ਤੇ ਆਪਣੀ ਜ਼ਿੰਦਗੀ ਨੂੰ ਦੂਜੇ ਪਾਸੇ ਲਾ ਲਿਆ ਸੀ। ਇਸ ਲਈ ਉਸ ਦੇ ਭਰਾ ਨੇ ਉਸ ਨੂੰ ਖੁਫੀਆ ਪੁਲਿਸ ਦੇ ਵਿੱਚ ਨੌਕਰੀ ਵੀ ਦਿਵਾ ਦਿੱਤੀ ਸੀ ਕਿਉਂਕਿ ਮੇਰੀ ਘਰਵਾਲੀ ਬਹੁਤ ਇੰਟੈਲੀਜੈਂਟ ਸੀ ਅਤੇ ਉਹ ਉੱਥੇ ਨੌਕਰੀ ਕਰਨ ਲੱਗੀ ਸੀ। ਆਪਣੀ ਹੁਸ਼ਿਆਰੀ ਕਰਕੇ ਉਹ ਉਹਨਾਂ ਦੀ ਬੌਸ ਬਣ ਗਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਉਸ ਤੋਂ ਮਾਫ਼ੀ ਕਿੱਦਾਂ ਮੰਗਾਂ, ਪਰ ਇਸ ਲਈ ਉਸ ਨੇ ਮੇਰੀ ਮੁਸ਼ਕਲ ਵੀ ਆਸਾਨ ਕਰ ਦਿੱਤੀ ਕਿ ਤੁਹਾਨੂੰ ਮਾਫ਼ੀ ਮੰਗਣ ਦੀ ਲੋੜ ਨਹੀਂ, ਬੀਤਿਆ ਹੋਇਆ ਕੱਲ੍ਹ ਸੀ ਜੋ ਜਾ ਚੁੱਕਾ ਹੈ। ਹੁਣ ਮੈਂ ਆਪਣੇ ਅੱਜ ਵਿੱਚ ਹਾਂ ਤੇ ਹੁਣ ਇਸ ਦੀ ਲੋੜ ਨਹੀਂ। ਮੈਂ ਕੱਲ੍ਹ ਨੂੰ ਭੁਲਾ ਚੁੱਕੀ ਹਾਂ ਤੇ ਮੈਂ ਆਪਣੇ ਆਪ ਨੂੰ ਖੁਫੀਆ ਏਜੰਸੀ ਨੂੰ ਸੌਂਪ ਦਿੱਤਾ ਹੈ ਅਤੇ ਮੈਂ ਆਪਣੇ ਦੇਸ਼ ਦੇ ਲਈ ਕੁਝ ਕਰਨਾ ਚਾਹੁੰਦੀ ਹਾਂ। ਉਸ ਦੀਆਂ ਗੱਲਾਂ ਸੁਣ ਕੇ ਮੈਂ ਸੁੰਨ ਖੜਾ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਆਪਣੇ ਆਪ 'ਤੇ ਸ਼ਰਮ ਵੀ ਆ ਰਹੀ ਸੀ। ਫਿਰ ਉਸ ਨੇ ਕਿਹਾ ਕਿ ਤੁਸੀਂ ਜਿਸ ਨਾਲ ਵਿਆਹ ਕੀਤਾ ਹੈ ਉਸ ਨੂੰ ਧੋਖਾ ਦੇਣ ਦਾ ਸੋਚਣਾ ਵੀ ਨਹੀਂ ਕਿਉਂਕਿ ਉਹ ਮੇਰੀ ਤਰ੍ਹਾਂ ਗਰੀਬ ਘਰ ਦੀ ਧੀ ਨਹੀਂ। ਜੋ ਤੁਸੀਂ ਉਸ ਨੂੰ ਧੋਖਾ ਦਿਓਗੇ ਤਾਂ ਤੁਸੀਂ ਉਸ ਨੂੰ ਧੋਖਾ ਦੇ ਕੇ ਆਪਣੇ ਆਪ ਨੂੰ ਮੁਸ਼ਕਲ ਵਿੱਚ ਪਾ ਲਓਗੇ। ਇਹ ਕਹਿ ਕੇ ਉਹ ਚਲੀ ਗਈ, ਪਰ ਮੇਰੇ ਲਈ ਸੋਚੋ ਕਿ ਬਹੁਤ ਸਾਰੇ ਰਾਜ਼ ਖੁੱਲ੍ਹ ਗਏ ਸੀ। ਮੈਂ ਸੋਚਣ 'ਤੇ ਮਜਬੂਰ ਹੋ ਗਿਆ ਸੀ ਕਿ ਮੇਰੇ ਤੋਂ ਕਿੰਨੀ ਵੱਡੀ ਗਲਤੀ ਹੋ ਗਈ। ਉਸ ਦਾ ਬੀਤਿਆ ਕੱਲ੍ਹ ਤਾਂ ਮੇਰੇ ਸਾਹਮਣੇ ਸੀ। ਉਸ ਨੇ ਇੰਨੇ ਸਾਲ ਮੇਰੇ ਨਾਲ ਬਿਤਾਏ ਜਦ ਕਿ ਮੈਂ ਉਸ ਦਾ ਕਿਰਦਾਰ ਜਾਣਦਾ ਸੀ ਤੇ ਮੈਂ ਉਸ 'ਤੇ ਸ਼ੱਕ ਕੀਤਾ, ਪਰ ਹੁਣ ਪਛਤਾਉਣ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਸੀ। ਇਸ ਲਈ ਮੈਂ ਉੱਥੋਂ ਵਾਪਸ ਚਲਾ ਗਿਆ, ਪਰ ਅੱਜ ਵੀ ਇਹ ਗੱਲ ਮੇਰੇ ਦਿਲ ਤੋਂ ਨਹੀਂ ਜਾਂਦੀ ਕਿ ਮੈਂ ਉਸ ਦੇ ਨਾਲ ਗਲਤ ਕੀਤਾ। ਮੈਂ ਉਸ ਨੂੰ ਭੁਲਾ ਨਹੀਂ ਸਕਿਆ ਤੇ ਉਸ ਨੂੰ ਆਪਣਾ ਬੀਤਿਆ ਕੱਲ੍ਹ ਸਮਝ ਕੇ ਬਹੁਤ ਮਿਸ ਕਰਦਾ ਹਾਂ। ਇੱਕ ਬਹੁਤ ਚੰਗੀ ਘਰਵਾਲੀ ਸੀ, ਪਰ ਕੁਝ ਨਹੀਂ ਹੋ ਸਕਦਾ ਸੀ ਸਿਵਾਏ ਪਛਤਾਉਣ ਦੇ।